जी सत श्री अकाल जी सारिਆਂ ਨੂੰ मेरा नाम धर्मपाल सिंह मैं हिसाब मास्टर गवर्नमेंट हाई स्कूल पतारा विखे जॉब कर रहा हाँ। विद्यार्थियों आप जी के सामने अज मैं 10वीं क्लास का दूजा अध्याय बहुपद लैके हाजिर हाँ। ਇਹ बहुपद ਨੂੰ ਜੇਕਰ ਅਸੀਂ ਸਮਝਣਾ ਹੋਵੇ ਤਾਂ बहुपद ਨੂੰ ਉਹਦੇ ਨਾਮ ਦੇ ਹਿਸਾਬ ਦੇ ਨਾਲ ਸਮਝਿਆ ਜਾ ਸਕਦਾ ਹੈ। ਅੱਜ ਦੇ ਇਸ ਪੂਰੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ बहुपद ਦੇ ਬਾਰੇ ਜਾਣਕਾਰੀ ਦੇਵਾਂਗਾ। बहुपद ਦੀਆਂ ਕਿਸਮਾਂ जिवें कि रेखी बहुपद, एक पदी हो गए, दो पदी बहुपद हो गए, तीन पदी बहुपद हो गए, ठीक है जी। इन्हां दे बारे जानकारी देवांगा। इन्हां दे मूल की हुंदे हन, इन्हां दी सिफरां दी गिनती किवें कड्ढी जांदी है या सिफरां दी गिनती की हुंदी है या सिफर की हुंदे हन ਉਹਦੇ ਬਾਰੇ ਦੱਸਾਂਗੇ ਤੇ ਉਸ ਤੋਂ ਬਾਅਦ ਇਹਨਾਂ ਬਹੁਪਦਾਂ ਦਾ ਤੁਸੀਂ ਜਮਾਇਤੀ ਰੂਪ ਜਿਹੜਾ ਹੈਗਾ ਆ ਉਹ ਵੀ ਇਸ ਲੈਕਚਰ ਦੇ ਵਿੱਚ ਦੇਖੋਗੇ, ਠੀਕ ਹੈ ਜੀ। ਚਲੋ ਵਿਦਿਆਰਥੀਓ ਸ਼ੁਰੂਆਤ ਕਰਦੇ ਹਾਂ ਇਸ ਲੈਕਚਰ ਦੀ ਇਸ ਦੇ ਨਾਮ ਦੇ ਨਾਲ। ਇਸ ਦੇ ਨਾਮ ਦੇ ਨਾਲ ਕੀ ਆ? ਸਭ ਤੋਂ ਪਹਿਲਾਂ बहुपद है। बहुपद ਹੁੰਦਾ ਕੀ ਹੈ? बहुपद ਜਿਹੜਾ बहुपद ਹੈ ਉਹ ਦੋ ਸ਼ਬਦਾਂ ਦੀ ਰਚਨਾ ਤੋਂ ਬਣਿਆ ਹੋਇਆ ਹੈ, बहु ਅਤੇ पद। ਯਾਨੀ ਕਿ ਇਹੋ ਜਿਹਾ ਵਿਅੰਜਨ ਜਿਹਦੇ ਬਹੁਤ ਸਾਰੇ ਪਦ ਹੋਣ ਉਹਨੂੰ ਅਸੀਂ ਕੀ ਕਹਿੰਦੇ ਆ? बहुपद कहते हैं, ठीक है जी। इसी तरीके ਦੇ ਨਾਲ ਜੇਕਰ ਪੋਲੀਨੋਮੀਅਲ ਦੀ ਗੱਲ ਕਰੀਏ ਤਾਂ ਇਹ ਵੀ ਹੈ। ਪੋਲੀਨੋਮੀਅਲ ਦਾ ਮਤਲਬ ਪੋਲੀ ਦਾ ਮਤਲਬ ਹੁੰਦਾ ਬਹੁਤ, ਨੋਮੀਅਲ ਦਾ ਮਤਲਬ ਹੁੰਦਾ ਪਦ। ਯਾਨੀ ਕਿ ਇਹੋ ਜਿਹੇ ਵਿਅੰਜਕ ਜਿਹੜਾ ਜਿਹਦੇ ਬਹੁਤ ਸਾਰੇ ਪਦ ਹੋਣ ਉਹਨੂੰ ਆਪਾਂ ਕੀ ਕਹਿੰਦੇ ਆ? ਪੋਲੀਨੋਮੀਅਲ ਜਾਂ ਬਹੁਪਦ ਆਪਾਂ ਉਹਨੂੰ ਕਹਿੰਦੇ ਆ। ਕਿਸ ਤਰ੍ਹਾਂ ਦੇ ਹੋ ਸਕਦੇ ਨੇ ਉਹਦੇ ਬਾਰੇ ਜ਼ਿਕਰ ਕਰ ਲੈਂਦੇ ਹੈਗੇ ਆ। ਸਭ ਤੋਂ ਪਹਿਲਾਂ ਉਹਦੀ ਇੱਕ ਉਦਾਹਰਣ ਲੈ ਕੇ ਚੱਲਦੇ ਆ। ਇਧਰਲੇ ਪਾਸੇ ਉਦਾਹਰਣ ਲੈ ਲੈਂਦੇ ਆ x, ਦੂਜੀ ਉਦਾਹਰਣ ਲੈ ਲੈਂਦੇ ਆ 2x ਜਮਾ 1, ਤੀਜੀ ਉਦਾਹਰਣ ਲੈ ਲੈਂਦੇ ਆ 3x ਸਕੁਅਰ ਜਮਾ 2x ਜਮਾ 1, ਠੀਕ ਹੈ ਜੀ। x 2x ਜਮਾ ਇਹ ਤਿੰਨ ਆ ਗਏ ਨੇ ਜੀ। ਇਹਨਾਂ ਦੇ ਵਿੱਚ ਕੀ ਆ ਵਿਦਿਆਰਥੀਓ? ਇਹਦੇ ਵਿੱਚ ਕਿੰਨੀਆਂ ਟਰਮ ਨੇ? 1। ਇਸ ਕਰਕੇ ਇਹਨੂੰ ਜੋ ਹੈ ਉਹ ਬੋਲਿਆ ਜਾਂਦਾ ਹੈ ਰੇਖੀ ਬਹੁਪਦ। ਇਹਦੇ ਵਿੱਚ ਕਿੰਨੀਆਂ ਟਰਮਸ ਨੇ? 1 2। ਇਸ ਕਰਕੇ ਇਹਨੂੰ ਬੋਲਿਆ ਜਾਂਦਾ ਹੈ ਦੋ ਪਦੀ बहुपद। इसी तरीके नाल ए तीन पदी बहुपद जिहड़ा हैगा आ होएगा, ठीक है जी। हुण एक बहुपद दे विच की कलियां ओहदियां टर्म्स यानी कि ओहदे पद जिहड़े हैगे ने ओही डिसाइड करदे ने कि ओह की होएगा या इस तो इलावा भी कुछ हो सकदा है? बिल्कुल हो सकदा है। हुण इधरले पासे आने आ जी ਅਸੀਂ ਦੁਬਾਰਾ ਤੋਂ ਦੇਖਦੇ ਹਾਂ। ਮੇਰੇ ਕੋਲ ਇੱਕ बहुपद है जी 2x + 1, ਇਹਨੂੰ ਮੈਂ ਨਾਮ ਦਿੱਤਾ px ਦੇ ਨਾਲ, ठीक है जी। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਇਹ px ਦਾ ਕੀ ਅਰਥ ਹੈ, ਠੀਕ ਹੈ। px ਦਾ ਮਤਲਬ ਹੁੰਦਾ ਬੇਟਾ p ਮਤਲਬ ਪੋਲੀਨੋਮੀਅਲ ਇਨ x, ਯਾਨੀ ਕਿ ਪੋਲੀਨੋਮੀਅਲ ਆਪਾਂ ਬਹੁਪਦ ਨੂੰ ਕਹਿੰਦੇ ਆ। ਉਹ ਵਾਲਾ ਬਹੁਪਦ ਜਿਹੜਾ x ਦੀ ਟਰਮ 'ਚ ਲਿਖਿਆ ਹੁੰਦਾ ਹੈ ਉਹਨੂੰ ਅਸੀਂ ਕੀ ਬੋਲਦੇ ਆ? 2x + 1, ਯਾਨੀ ਕਿ ਇਹ ਇੱਕ ਬਹੁਪਦ ਹੈ ਜੋ ਕਿ x ਦੇ ਵਿੱਚ। ਇਹਦੇ ਵਿੱਚ ਜੋ x ਹੈ ਉਹ ਇਹਦਾ ਚਲ ਹੈ, ਠੀਕ ਹੈ ਜੀ। ਚਲ ਉਹਨੂੰ ਕਹਿੰਦੇ ਆ ਜਿਹਦੀ ਟਰਮ ਕੋਈ ਫਿਕਸ ਨਹੀਂ ਹੁੰਦੀ, ਜਿਹਦੀ ਵੈਲਿਊ ਕੁਝ ਵੀ ਹੋ ਸਕਦੀ ਹੈ, ਠੀਕ ਹੈ ਜੀ। ਤੇ ਜੋ ਇਹਦੀ ਘਾਤ ਹੈ ਉਹਨੂੰ ਅਸੀਂ ਉਸ ਬਹੁਪਦ ਦੀ ਘਾਤ ਜਿਹੜੀ ਹੈਗੀ ਆ ਉਹ ਕਹਿੰਦੇ ਆ। ਇਹ ਰੇਖੀ ਦੇ ਨਾਲ ਇਹ ਇੱਕ ਪਦੀ ਹੈ, ਰੇਖੀ ਵੀ ਹੈ ਇੱਕ ਪਦੀ ਵੀ ਹੈ। ਹੁਣ ਇਹਦੇ ਵਿੱਚ ਘਾਤ ਜਿਹੜੀ ਹੈਗੀ ਆ ਇਹਦਾ ਚਲ x ਹੈ ਤੇ ਇਹਦੀ ਘਾਤ ਜਿਹੜੀ ਹੈ 1 ਹੈ। ਇਸ ਇੱਕ ਘਾਤ ਹੋਣ ਦੇ ਕਰਕੇ ਇਹਨੂੰ ਰੇਖੀ ਬਹੁਪਦ ਬੋਲਿਆ ਜਾਂਦਾ ਹੈ, ਠੀਕ ਹੈ ਜੀ। ਰੇਖੀ ਬਹੁਪਦ। ਹੁਣ ਜੇਕਰ ਇੱਕ ਹੋਰ ਉਦਾਹਰਣ ਲੈ ਲੈਂਦੇ ਆ px ਬਰਾਬਰ ਆ ਗਿਆ 3x ਦੀ ਘਾਤ 2 ਜਮਾ 2x ਜਮਾ 1, ਜਿਵੇਂ ਕਿ ਮੈਂ ਇੱਥੇ ਲਿਖਿਆ ਸੀਗਾ। ਇਹਦੇ ਵਿੱਚ ਇਹਦਾ ਚਲ ਜਿਹੜਾ ਹੈਗਾ ਆ ਉਹ x ਹੈ, ਚਲ ਹੈ। ਲੇਕਿਨ ਇਹਦੀ ਘਾਤ ਉਸ ਚਲ ਦੀ ਸਭ ਤੋਂ ਵੱਡੀ ਘਾਤ ਜਿਹੜੀ ਆ ਉਹ ਕੀ ਆਂਦੀ ਆ? 2 ਆਂਦੀ ਆ। ਉਹ ਘਾਤ ਕਿੰਨੀ ਹੋ ਗਈ? 2 ਹੋ ਗਈ। ਇਸ ਕਰਕੇ ਇਹਦਾ ਪੋਲੀਨੋਮੀਅਲ ਦਾ ਜਿਹੜਾ ਨਾਮ ਹੈ, ਇਸ ਬਹੁਪਦ ਦਾ ਨਾਮ ਹੈ, ਉਹਨੂੰ ਕੀ ਬੋਲਦੇ ਆ? ਦੋ ਘਾਤੀ ਬਹੁਪਦ। ਇਸ ਤੋਂ ਪਹਿਲਾਂ ਅਸੀਂ ਦੇਖਿਆ ਇਹ ਦੋ ਪਦੀ ਬਹੁਪਦ ਹੈ ਜੇਕਰ ਦੋ ਟਰਮਸ ਹੋਣ। लेकिन जे दो घाती बहुपद है ਇਹਦਾ मतलब इस बहुपद ਦਾ ਨਾਮ ਉਹਦੀ ਘਾਤ ਦੇ ਨਾਲ ਜੁੜਿਆ ਹੋਇਆ ਹੈ। ਜੇਕਰ ਘਾਤ 1 ਹੋਏਗੀ ਤਾਂ ਰੇਖੀ ਬਹੁਪਦ, ਜੇਕਰ ਘਾਤ 2 ਹੋਏਗੀ ਤਾਂ ਦੋ ਘਾਤੀ ਬਹੁਪਦ, ਜੇਕਰ ਘਾਤ 3 ਹੋਏਗੀ ਤਾਂ ਤਿੰਨ ਘਾਤੀ ਬਹੁਪਦ ਐਂਡ ਸੋ ਔਨ, ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਅਸੀਂ ਦੇਖ ਸਕਦੇ ਹਾਂ ਇਧਰ ਇਰੇਜ਼ ਕਰ ਦਈਏ ਇਹਨੂੰ। ਅਸੀਂ ਦੇਖ ਸਕਦੇ ਹਾਂ ਕਿ ਹੋਰ ਉਦਾਹਰਣ ਲੈ ਕੇ ਕਿ ਇੱਕ px ਲਈਏ ਆਪਾਂ ਉਦਾਹਰਣ। px ਦੇ ਵਿੱਚ ਹੁਣ ਮੈਂ ਲਿਖਤਾ x³ ਜਮਾ 2x ਦੀ ਘਾਤ 2 ਜਮਾ x ਜਮਾ 1। ਇਹਦੇ ਵਿੱਚ ਆ x ਹੋ ਗਿਆ ਜੀ ਚਲ ਤੇ ਉਸ ਚਲ ਦੀ ਸਭ ਤੋਂ ਵੱਡੀ ਘਾਤ ਦੇਖੋ ਇੱਥੇ 3 ਵੀ ਆ 2 ਵੀ ਆ ਤੇ ਇੱਥੇ 1 ਵੀ ਆ, ਠੀਕ ਹੈ ਜੀ। 3 2 ਤੇ 1, ਲੇਕਿਨ ਸਭ ਤੋਂ ਵੱਡੀ ਘਾਤ ਕਿਹੜੀ ਆ? 3 ਹੈ। ਇਹਦਾ ਮਤਲਬ ਇਹਦੀ ਘਾਤ ਜਿਹੜੀ ਹੈਗੀ ਉਹ ਬਣ ਗਈ ਆਪਣੇ ਕੋਲ 3। ਇਹਦਾ ਮਤਲਬ ਇਹਦਾ ਨਾਮ ਕੀ ਬਣ ਜਾਏਗਾ? 3 ਘਾਤੀ बहुपद,
ठीक है जी। ਇਹ ਤਿੰਨ ਘਾਤੀ ਬਹੁਪਦ ਜਿਹੜਾ ਹੈਗਾ ਸਾਡਾ ਬਣ ਜਾਏਗਾ। ਮੇਰੇ ਖਿਆਲ ਨਾਲ ਹੁਣ ਤੁਸੀਂ ਬਹੁਪਦ ਦੀ ਜਿਹੜਾ ਨੋਮੈਨਕਲੇਚਰ ਹੈ ਉਹਦਾ ਨਾਮ ਕਿਵੇਂ ਰੱਖੇ ਗਏ ਨੇ ਉਸ ਚੀਜ਼ ਨੂੰ ਵੀ ਸਮਝ ਸਕਦੇ ਹੋ। ਇਸੇ ਤਰੀਕੇ ਨਾਲ ਜੇ ਘਾਤ 4 ਹੋਵੇ ਤਾਂ 4 ਪਦੀ ਬਹੁਪਦ, 4 ਘਾਤੀ ਬਹੁਪਦ ਐਂਡ ਸੋ ਔਨ। ਠੀਕ ਹੈ ਜੀ। ਮੇਰੇ ਖਿਆਲ ਨਾਲ ਹੁਣ ਇਹਨੂੰ ਇਰੇਜ਼ ਕਰਦੇ ਹਾਂ ਤੇ ਨੈਕਸਟ ਟਰਮਸ ਦੇ ਵੱਲ ਮੂਵ ਕਰਦੇ ਹਾਂ, ਨੈਕਸਟ ਟਰਮ ਦੇ ਵੱਲ ਚੱਲਦੇ ਹਾਂ। ਠੀਕ ਹੈ ਜੀ। ਹੁਣ ਆਪਣੇ ਕੋਲ ਕੀ ਹੈ ਜੀ, ਆਪਣੇ ਕੋਲ ਦੁਬਾਰਾ ਤੋਂ ਫਿਰ ਰੇਖੀ समीकरण रेखी बहुपद वाल चलते हैं जी। आप रेखी बहुपद मान लो px बराबर तुहाडे कोल दिता होया 2x जमा 1। ठीक है जी। हुण इत्थे मैं एक चीज जिहड़ी हैगी आ क्लीयर करना चाहता विद्यार्थियों नूं कि कई बार विद्यार्थी हो गए या वड्डे हो गए ਉਹ ਕੀ ਕਰਦੇ ਨੇ, ਉਹ ਬਹੁਪਦ ਤੇ ਸਮੀਕਰਨ ਇਹਨਾਂ ਦੋ ਚੀਜ਼ਾਂ ਦੇ ਵਿਚਕਾਰ ਆਪਸ ਵਿੱਚ ਗੁੰਝਲ ਜਾਂਦੇ ਨੇ। ਮਤਲਬ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਈ ਵਾਰੀ ਵਿਦਿਆਰਥੀਆਂ ਨੂੰ ਖਾਸ ਕਰਕੇ ਕਿ ਬਹੁਪਦ ਕਿਹੜਾ ਹੈਗਾ ਤੇ ਸਮੀਕਰਨ ਕਿਹੜਾ ਹੈਗਾ। बहुपद ਤੇ ਸਮੀਕਰਨ ਦੇ ਵਿਚਕਾਰ ਮੈਂ ਇੱਥੇ ਇੱਕ ਹੋਰ ਉਦਾਹਰਨ ਲੈਣਾ, ਇਹਨੂੰ ਬਰਾਬਰ 3 ਕਰ ਦਿੰਦਾ। ਠੀਕ ਹੈ ਜੀ। ਜਦੋਂ ਇਹ ਆਮ ਭਾਸ਼ਾ ਦੇ ਵਿੱਚ ਅਸੀਂ ਕਿਸੇ ਵਿਦਿਆਰਥੀ ਨੂੰ ਸਮਝਾਉਣਾ ਹੋਵੇ ਕਿ ਬਹੁਪਦ ਤੇ ਸਮੀਕਰਨ ਦੇ ਵਿੱਚ ਕੀ ਅੰਤਰ ਹੈ ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਬੇਟਾ ਜਿੱਥੇ ਬਰਾਬਰ ਦਾ ਨਿਸ਼ਾਨ ਹੁੰਦਾ ਹੈ ਉਹ ਸਮੀਕਰਨ ਹੈ। ਠੀਕ ਹੈ। ਜੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਸਮੀਕਰਨ ਨੂੰ ਬੋਲਦੇ ਇਕੁਏਸ਼ਨ। ਇਕੁਏਸ਼ਨ ਦੇ ਵਿੱਚ ਸ਼ਬਦ ਆਉਂਦਾ ਇਕੁਏਟ। ਇਕੁਏਟ ਦਾ ਮਤਲਬ ਹੁੰਦਾ ਬਰਾਬਰ, यानी कि इक्वेशन ਉਹ ਚੀਜ਼ ਹੈ ਜਿਹਦੇ ਵਿੱਚ ਬਰਾਬਰ ਦਾ ਨਿਸ਼ਾਨ ਹੋਵੇ ਉਹਨੂੰ ਆਪਾਂ ਇਕੁਏਸ਼ਨ ਕਹਿ ਦਿੰਦੇ ਆ। ਅੱਛਾ, ਬੱਚਾ ਉਸ ਟਾਈਮ ਇਹ ਚੀਜ਼ ਸਮਝ ਜਾਂਦਾ ਹੈ, ਲੇਕਿਨ ਜਦੋਂ ਮੈਂ ਉਹਨੂੰ ਬਹੁਪਦ ਕਰਾਉਣਾ ਆ ਤੇ ਇਕੁਏਸ਼ਨ ਦੋਨੋਂ ਚੀਜ਼ਾਂ ਇਕੱਠੀਆਂ ਕਰਾਉਣਾ ਆ ਤਾਂ ਬੱਚਾ ਹੱਥ ਖੜਾ ਕਰਕੇ ਇੱਕ ਸਵਾਲ ਪੁੱਛਦਾ ਹੈ, ਕਹਿੰਦਾ ਸਰ ਇੱਥੇ ਵੀ ਬਰਾਬਰ ਦਾ ਨਿਸ਼ਾਨ ਹੈ, ਇੱਥੇ ਵੀ ਬਰਾਬਰ ਦਾ ਨਿਸ਼ਾਨ ਹੈ, ਤੇ ਫਿਰ ਮੈਨੂੰ ਇਹ ਦੱਸਿਆ ਜਾਵੇ ਕਿ ਕੀ ਆ ਦੋਵੇਂ ਸਮੀਕਰਨ ਨੇ, ਇਹਨੂੰ ਤੁਸੀਂ ਬਹੁਪਦ ਕਹਿ ਰਹੇ ਹੋ, ਇਹਨੂੰ ਸਮੀਕਰਨ ਕਹਿ ਰਹੇ ਹੋ ਤੇ ਨਿਸ਼ਾਨ ਦੋਨਾਂ 'ਚ ਬਰਾਬਰ ਦਾ ਪਿਆ ਹੋਇਆ ਆ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਾਂਗਾ, ਇੱਥੇ ਬਰਾਬਰ ਦਿੱਤਾ ਗਿਆ 3 जो कि एक मूल्य है, एक निश्चित कीमत है। 2x जमा 1 लिख लो या 3 लिख लो, इको ही गल है क्योंकि ये दोनों आपस दे विच बराबर ने। इत्थे 2x जमा 1 दा नाम है, px जो है वो 2x जमा 1 दा नाम लिखा गया है। ये नाम इहदे बराबर है। ये नाम की है पॉलिनोमियल इन x, p फॉर पॉलिनोमियल इन x, यानी कि वो वाला बहुपद जिहड़ा x ਦੀ ਟਰਮ ਦੇ ਵਿੱਚ ਲਿਖਿਆ ਜਾ ਰਿਹਾ ਉਹਨੂੰ ਉਹਨੇ ਲਿਖਿਆ 2x ਜਮਾ 1। ਠੀਕ ਹੈ ਜੀ। ਜੇ ਇਸੇ ਚੀਜ਼ ਨੂੰ ਉਹਨੇ ਚੇਂਜ ਕਰਨਾ ਹੋਵੇ ਉਹ ਲਿਖੇਗਾ py ਬਰਾबर 2y ਜਮਾ 1। ਜੇ ਉਹ ਲਿਖੇਗਾ pa ਉਹ ਲਿਖੇਗਾ 2a ਜਮਾ 1। ਠੀਕ ਹੈ ਜੀ। ਸੋ ਮੇਰੇ ਖਿਆਲ ਨਾਲ ਤੁਹਾਨੂੰ ਇਹ ਚੀਜ਼ ਵੀ ਕਲੀਅਰ ਹੋਈ ਹੋਏਗੀ ਕਿ ਬਹੁਪਦ ਤੇ ਸਮੀਕਰਨ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਹੁੰਦਾ ਹੈ। ਠੀਕ ਹੈ। ਚਲੋ ਵਿਦਿਆਰਥੀਓ, ਹੁਣ ਅਸੀਂ ਦੁਬਾਰਾ ਆਪਣੇ ਬੇਸਿਕ ਕਨਸੈਪਟ ਵੱਲ ਆਈਏ। ਬਹੁਪਦਾਂ ਦੀ ਗੱਲ ਕਰ ਰਹੇ ਸੀ, ਰੇਖੀ ਬਹੁਪਦ ਦੀ। ਇਹਦੇ ਵਿੱਚ ਵਿਦਿਆਰਥੀਓ ਅਸੀਂ ਕੀਮਤਾਂ ਭਰ ਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੀਮਤ ਭਰਦੇ ਹਾਂ x ਬਰਾबर 1। ਇਹਦੇ ਵਿੱਚ x ਬਰਾबर 1 ਭਰ ਕੇ ਦੇਖੋ, p1 ਬਰਾबर ਹੈ 2 ਗੁਣਾ 1 ਜਮਾ 1। 2 ਏਕਮ 2 ਜਮਾ 1, 2 ਤੇ 1 3। यानी कि जे इस बहुपद ਦੇ ਵਿੱਚ x ਦੀ ਕੀਮਤ ਨੂੰ 1 ਭਰਿਆ ਜਾਵੇ ਤਾਂ 2 ਏਕਮ 2 ਤੇ 1 3 ਜਿਹੜਾ ਹੈਗਾ ਮੇਰੇ ਕੋਲ ਉੱਤਰ ਆਉਂਦਾ ਹੈ। ਜੇਕਰ x ਦੀ ਕੀਮਤ ਨੂੰ ਇਹਦੇ ਵਿੱਚ 2 ਭਰ ਦਿੱਤਾ ਜਾਵੇ ਫਿਰ ਇਹਨੂੰ ਲਿਖਾਂਗਾ p2 ਬਰਾबर ਹੈ 2 ਗੁਣਾ 2 ਜਮਾ 1। 2 दूनी 4 जमा 1 बराबर 5। फिर इधर आना मैं भरदा इसकी कीमत नूं x बराबर -1 बटा 2। मैं टर्म्स इस करके ले लिया, देखो सीधियां टर्म्स ने। एक मैं थोड़ी जी फ्रैक्शन वाली टर्म्स ले ली है, यानी कि भिन्न एक ले लिया मैं। उन्हें भी करके देखते हैं। p -1 बटा 2 दे विच कीमत भरो ये बेटा 2 गुणा -1 बटा 2 जमा 1। 2 ना 2 कैंसल, ये आ जाएगा -1 जमा 1 बराबर 0। अच्छा विद्यार्थियों, ये तीन वखरे वखरे जिहड़ियां मैं x ਦੀਆਂ ਕੀਮਤਾਂ ਭਰੀਆਂ ਨੇ ਉਹਦਾ ਇੱਕ ਖਾਸ ਕਾਰਨ ਸੀ। ਉਹਦਾ ਖਾਸ ਕਾਰਨ ਇਹ ਸੀਗਾ ਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੂਲ ਕੀ ਹੁੰਦੇ ਹਨ। ਸਭ ਤੋਂ ਪਹਿਲਾਂ ਸਿਫਰਾਂ 'ਚ ਬਾਅਦ 'ਚ ਜਾਵਾਂਗੇ, ਮੂਲ ਕੀ ਹੁੰਦੇ ਹਨ। ਜਦੋਂ ਵੀ ਸਾਨੂੰ x ਦੀ ਇੱਕ ਕੀਮਤ ਦਿੱਤੀ ਗਈ ਹੋਵੇ ਤੇ ਉਸ x ਦੀ ਕੀਮਤ ਦੇ ਵਿੱਚ ਮੈਂ ਇਹ ਜਾਣਨਾ ਚਾਹੁੰਦਾ ਕਿ ਉਹਦਾ ਉੱਤਰ ਕੀ ਆਉਂਦਾ ਹੈ, ਤਾਂ ਜਿਹੜਾ ਉਹਦਾ ਉੱਤਰ ਆਉਂਦਾ ਹੈ ਉਹ ਮੂਲ ਅਖਵਾਉਂਦਾ ਹੈ। ਠੀਕ ਹੈ ਜੀ, ਯਾਨੀ ਕਿ p1 ਦਾ ਮੂਲ ਜਿਹੜਾ ਹੈਗਾ ਉਹ 3 ਆਏਗਾ। ਇਹਦਾ ਮਤਲਬ ਇਹ ਹੋਇਆ ਕਿ ਇਸ ਬਹੁਪਦ ਦੇ ਵਿੱਚ ਜੇਕਰ x ਦੀ ਕੀਮਤ 1 ਭਰ ਦਿੱਤੀ ਜਾਵੇ ਤਾਂ ਉਹਦਾ ਆਨਸਰ ਕਿੰਨਾ ਆਉਂਦਾ, 3 ਆਉਂਦਾ, ਯਾਨੀ ਕਿ ਉਹਦਾ ਮੂਲ 3 ਹੋਏਗਾ। ਠੀਕ ਹੈ ਜੀ। ਜੇਕਰ x ਦੀ ਕੀਮਤ 2 ਭਰ ਦਿੱਤੀ ਜਾਵੇ ਤਾਂ ਉਹਦਾ ਮੂਲ ਜਿਹੜਾ ਹੈਗਾ ਉਹ 5 ਆਏਗਾ। ਇਹਦਾ ਮਤਲਬ ਇਹ ਵੀ ਇਹਦਾ ਮੂਲ ਅਖਵਾਉਂਦਾ ਹੈ। ਜੇਕਰ x ਦੀ ਕੀਮਤ -1 ਬਟਾ 2 ਭਰ ਦਿੱਤੀ ਜਾਵੇ ਤਾਂ ਫਿਰ ਇਹਦਾ ਉੱਤਰ 0 ਆਉਂਦਾ ਹੈ। ਇਹ ਵੀ ਇਹਦਾ ਕੀ ਹੈ, ਇੱਕ ਮੂਲ ਹੈ। ਯਾਨੀ ਕਿ ਜਿਵੇਂ ਜਿਵੇਂ ਆਪਾਂ x ਦੀ ਕੀਮਤ ਨੂੰ ਬਦਲਦੇ ਜਾ ਰਹੇ ਹਾਂ ਉਵੇਂ ਉਵੇਂ ਸਾਡੇ ਕੋਲ ਜਿਹੜੇ ਹੈਗੇ ਉਹਦੇ ਮੂਲ ਵੀ
ਬਦਲੀ ਜਾ ਰਹੇ ਨੇ। ਠੀਕ ਹੈ ਜੀ। ਹੁਣ ਇਹਨਾਂ ਤਿੰਨਾਂ ਮੂਲ ਜਿਹੜੇ ਆਪਾਂ ਕੱਢੇ ਨੇ, ਰੂਟਸ ਕੱਢੇ ਨੇ, ਉਹਨਾਂ ਵਿੱਚ ਤੁਸੀਂ ਇੱਕ ਚੀਜ਼ ਦੇਖੋ, ਇਹ ਵੀ ਨॉन जीरो है यानी कि सिफर नहीं है, ये भी सिफर नहीं है, ये वाला सिफर है। ठीक है। ਜਿਹੜੇ ਸਿਫਰ ਹੈ ਨਾ, ਇੱਕ ਹੀ ਚੀਜ਼ ਹੈ, ਇਹ ਸਾਡੇ ਲਈ ਇੰਪੋਰਟੈਂਟ ਹੈ, ਕਿਉਂਕਿ ਮੂਲ ਅਤੇ ਸਿਫਰਾਂ ਦੇ ਵਿਚਕਾਰ ਜਿਹੜਾ ਆਪਾਂ ਡਿਫਰੈਂਸ, ਆਪਾਂ ਅੰਤਰ ਜਾਣਨਾ ਚਾਹੁੰਦੇ ਆ, ਉਹ ਇਹ ਡਿਸਾਈਡ ਕਰੇਗਾ, ਦੱਸੇਗਾ ਸਾਨੂੰ। ਇਸ ਕੇਸ ਦੇ ਵਿੱਚ x ਦੀ ਕੀਮਤ ਨੂੰ -1/2 ਭਰਿਆ ਜਾਵੇ ਤਾਂ ਸਾਡੇ ਕੋਲ ਸਿਫਰ ਆਉਂਦਾ ਹੈ। ਇਹਦਾ ਮਤਲਬ ਇਹ ਹੋਇਆ ਕਿ px ਵਿੱਚ ਕੀ ਹੈ ਜੀ, px ਦੇ ਵਿੱਚ -1/2 px ਦਾ ਸਿਫਰ ਹੈ। px ਇਸ px ਦੇ ਵਿੱਚ -1/2 ਜਿਹੜਾ ਹੈਗਾ ਉਹ px ਦਾ ਸਿਫਰ ਹੈ। ਉਹਦਾ ਮਤਲਬ ਇਹ ਨਿਕਲਿਆ ਕਿ ਜੇਕਰ ਇਸ ਪੋਲੀਨੋਮੀਅਲ ਦੇ ਵਿੱਚ x ਦੀ ਕੀਮਤ ਨੂੰ -1/2 ਭਰਿਆ ਜਾਵੇਗਾ ਤਾਂ ਉੱਤਰ ਕੀ ਆਏਗਾ, ਸਿਫਰ ਆਵੇਗਾ। मेरे ख्याल ਨਾਲ ਹੁਣ ਇਹ ਦੋਵੇਂ ਚੀਜ਼ਾਂ ਨੂੰ ਜਦੋਂ ਇਕੱਠੇ ਦੱਸਿਆ ਜਾਂਦਾ ਹੈ ਤਾਂ ਉਹ ਚੀਜ਼ ਜ਼ਿਆਦਾ ਕਲੀਅਰ ਹੁੰਦੀ ਹੈ ਕਿ ਮੂਲ ਕੀ ਹੁੰਦਾ ਹੈ ਤੇ ਸਿਫਰ ਕੀ ਹੁੰਦਾ ਹੈ। ਠੀਕ ਹੈ ਪਿਆਰੇ ਵਿਦਿਆਰਥੀਓ, ਚਲੋ ਅਸੀਂ ਹੁਣ ਇਸ ਤੋਂ ਅੱਗੇ ਚੱਲਦੇ ਹਾਂ ਤੇ ਇਹਦੇ ਦੋ ਘਾਤੀ ਰੂਪ ਦੇ ਵਿੱਚ ਇਹਦੇ ਨਾਲ ਗੱਲਬਾਤ ਕਰਦੇ ਹਾਂ। ਠੀਕ ਹੈ। ਦੋ ਘਾਤੀ ਰੂਪ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਇਹਦੇ ਜਿਹੜਾ ਹੁਣੇ ਆਪਾਂ px ਦੀ ਕੀਮਤ ਰੇਖੀ ਬਹੁਪਦ ਦੀ ਗੱਲ ਕੀਤੀ ਹੈ, ਉਹਦੀ ਆਪਾਂ ਇੱਕ ਹੋਰ ਟਰਮ ਲੈ ਲੈਂਦੇ ax b। ਅੱਛਾ ਵਿਦਿਆਰਥੀਓ, ax b ਆ, ਇਹਦੇ ਵਿੱਚ ਮੈਂ ਇਹਦਾ ਸਿਫਰ ਜਿਹੜਾ ਹੈਗਾ ਆ px ਦਾ ਸਿਫਰ, ਇਸ ਕੇਸ ਦੀ ਗੱਲ ਕਰ ਰਹੇ ਹਾਂ, ਉਹ ਕੀ ਆਏਗਾ ਤੁਸੀਂ ਚੈੱਕ ਕਰਕੇ ਦੇਖੋ, ਇਹਨੂੰ ਇਹ ਤੁਹਾਡੇ ਕੋਲ ਆਏਗਾ -b/a ਹੈ। ਠੀਕ ਹੈ। px ਬਰਾਬਰ ax b, px ਦਾ ਸਿਫਰ -a/b ਹੈ। ਤੁਸੀਂ ਜੇ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਚੈੱਕ ਵੀ ਕਰ ਸਕਦੇ ਹੋ, -b/a ਬਰਾਬਰ a ਗੁਣਾ ਘਟਾਓ b/a ਜਮਾ b, ਇਹਦੇ ਨਾਲ ਇਹ ਕੈਂਸਲ, ਇਹ ਆ ਗਿਆ ਵਿਦਿਆਰਥੀਓ ਤੁਹਾਡੇ ਕੋਲ b ਜਮਾ b -b ਜਮਾ b ਬਰਾਬਰ ਸਿਫਰ। ਇਹਦਾ ਮਤਲਬ -b/a ਨੇ ਇਸ px ਨੂੰ ਸਿਫਰ ਕਰ ਦਿੱਤਾ ਹੈ। ਇਸ ਕਰਕੇ px ਜਿਹੜਾ ਹੈਗਾ -b/a ਜਿਹੜਾ ਹੈਗਾ ਇਸ px ਦਾ ਸਿਫਰ ਬਣਦਾ ਹੈ। ਠੀਕ ਹੈ ਜੀ। ਇਹ ਚੀਜ਼ ਹੋ ਗਈ ਆਪਣੇ ਕੋਲ, ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਹਾਂ। ਕੀ ਇਹ ਪੋਸੀਬਲ ਹੈ ਕਿ ਅਸੀਂ ਬਿਨਾ ਇਹਨੂੰ ਕੈਲਕੂਲੇਟ ਕੀਤੇ, ਬਿਨਾ ਇਸ ਤਰੀਕੇ ਨਾਲ ਹੱਲ ਕੀਤੇ ਵੀ ਇਹਨੂੰ ਦੱਸ ਸਕੀਏ? ਬਿਲਕੁਲ ਪੋਸੀਬਲ ਹੈ। ਜਿਹੜਾ ਰੇਖੀ ਸਮੀਕਰਨ ਦੇ ਕੇਸ ਦੇ ਵਿੱਚ ਜਿਹੜਾ ਸਿਫਰ ਹੁੰਦਾ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ? ਉਹ ਹੁੰਦਾ ਹੈ ਘਟਾਓ ਅਚਲ ਬਟਾ x ਦਾ ਗੁਣਾਂਕ। ਦੇਖੋ ਇਹਨੂੰ ਚੈੱਕ ਕਰਨਾ ਚਾਹੁੰਦੇ ਹੋ ਤੁਸੀਂ ਹੁਣੀ ਚੈੱਕ ਕਰ ਸਕਦੇ ਹੋ। ਦੇਖੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਕੀ ਸੀਗਾ ਜੀ, ਮਾਈਨਸ ਅਚਲ ਘਟਾਓ, ਅਚਲ ਕਿੰਨਾ ਹੈ ਜੀ, ਜਿਹਦੀ ਕੀਮਤ ਫਿਕਸ ਹੁੰਦੀ ਹੈ ਉਹ ਹੈ b, ਇਹਦਾ ਮਤਲਬ ਘਟਾਓ b, ਤੇ x ਦਾ ਗੁਣਾਂਕ ਕਿੰਨਾ ਆ a, ਉਹ ਆ ਗਿਆ -b/a। ਜੇ ਤੁਸੀਂ ਇਹਦੀ ਉਦਾਹਰਣ ਲੈ ਕੇ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਲਓ, ਮੈਂ ਇਹਦੀ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਜੀ। ਉੱਪਰ ਹੀ ਅਸੀਂ ਇਹਦੀ ਇੱਕ ਇਹ ਤਾਂ ਜਨਰਲ ਟਰਮਸ ਯੂਜ਼ ਕੀਤੀ ਸੀ ਮੈਂ, px ਬਰਾਬਰ ax b। ਹੁਣ ਆਪਾਂ ਇਹਦੀ ਇੱਕ ਉਦਾਹਰਣ ਲੈ ਲੈਂਦੇ ਆ, ਬਰਾਬਰ 3x ਜਮਾ 1। ਠੀਕ ਹੈ ਜੀ। ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹਦਾ ਸਿਫਰ ਇਸ ਫਾਰਮੂਲੇ ਦੇ ਨਾਲ ਕੱਢਦਾ, ਸਿਫਰ ਬਰਾਬਰ ਮਾਈਨਸ ਅਚਲ, ਅਚਲ ਕਿੰਨਾ ਹੈ ਜੀ 1 ਹੈ, ਬਟਾ x ਦਾ ਗੁਣਾਂਕ 3 ਯਾਨੀ ਕਿ -1/3 ਜਿਹੜਾ ਹੈਗਾ ਆ ਇਹਦਾ ਸਿਫਰ ਹੋਵੇਗਾ। ਤੁਸੀਂ ਇਸ ਨੂੰ ਆਪਣੇ ਲੈਵਲ ਦੇ ਉੱਤੇ ਚੈੱਕ ਕਰਕੇ ਦੇਖੋ ਕਿ ਕੀ ਇਹਦਾ ਸਿਫਰ ਜਿਹੜਾ ਹੈਗਾ ਆ ਇਸੇ ਤਰੀਕੇ ਨਾਲ ਆਉਂਦਾ ਹੈ। ਠੀਕ ਹੈ ਜੀ। ਇਹਦੇ ਵਿੱਚ ਹੁਣ ਇੱਕ ਚੀਜ਼ ਕਲੀਅਰ ਆ ਗਈ ਕਿ ਰੇਖੀ ਸਮੀਕਰਨ ਜਿਹੜੇ ਸਮੀਕਰਨ ਬੋਲ ਗਿਆ, ਰੇਖੀ ਬਹੁਪਦ ਦਾ ਜਿਹੜਾ ਸਿਫਰ ਹੈ ਉਹ ਵਿਦਆਊਟ ਕੈਲਕੂਲੇਸ਼ਨ ਜਿਹੜਾ ਹੈਗਾ ਆਪਾਂ ਕੱਢ ਸਕਦੇ ਹਾਂ। ਅੱਛਾ ਦੱਸੋ ਕੀ ਇਹ ਪੋਸੀਬਲ ਹੈ ਕਿ ਦੋ ਘਾਤੀ ਸਮੀਕਰਨ ਦਾ ਵੀ ਕੱਢ ਸਕੀਏ? ਤੁਸੀਂ ਸੋਚੋ, ਉਹਦੀ ਜ਼ਿਕਰ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਫਿਲਹਾਲ ਇਹ ਠੀਕ ਹੈ ਵਿਦਿਆਰਥੀਓ, ਚਲੋ ਇਹਨੂੰ ਰੱਬ ਕਰਦੇ ਹਾਂ ਤੇ ਇਸ ਤੋਂ ਅੱਗੇ ਚੱਲਦੇ ਹਾਂ। ਦੁਬਾਰਾ ਫਿਰ ਰਕਮ ਇਹਦੇ ਅੰਦਰ ਨੇ ਆ ਜੀ, ਸਾਡੇ ਕੋਲ ਇੱਕ ਬਹੁਪਦ ਹੈ px ਬਰਾਬਰ 3x ਜਮਾ 1। ਠੀਕ ਹੈ ਜੀ। ਆਪਾਂ ਦੋ ਘਾਤੀ ਬਹੁਪਦ ਦੀ ਗੱਲ ਕਰਦੇ ਹਾਂ, 3x² ਜਮਾ 2x ਜਮਾ 1। ਠੀਕ ਹੈ ਜੀ ਵਿਦਿਆਰਥੀਓ। ਇਸ ਦੀ ਗੱਲ ਆਪਾਂ ਫਿਰ ਉਸੇ ਤਰੀਕੇ ਨਾਲ ਕਰਾਂਗੇ ਕਿ ਪਹਿਲਾਂ p1 ਕੱਢ ਕੇ ਦੇਖ ਲਓ। p1 ਦਾ ਮਤਲਬ ਹੈ 3 ਗੁਣਾ 1 ਦੀ ਘਾਤ 2 ਜਮਾ 2 ਗੁਣਾ 1 ਜਮਾ 1। ਇਹ ਆ ਗਿਆ ਜੀ 3 ਜਮਾ 2 ਜਮਾ 1, 3 ਤੇ 2 5 ਤੇ 1 6, ਇਹ 6। ਇਹਦਾ ਮਤਲਬ ਇਸ ਬਹੁਪਦ ਦਾ ਮੂਲ ਜਿਹੜਾ ਹੈਗਾ ਆ ਉਹ ਕਿੰਨਾ ਆ ਗਿਆ, 6 ਆ ਸਕਦਾ ਹੈ।
इसी तरीके नाल प्यारे विद्यार्थियों तुसी एक 3 घाती बहुपद चक लो, ये आ गया x क्यूब जमा 2। देखो हुण ये 3 घाती बहुपद है, लेकिन जे पदां दी गल करिए तो दो पद ने, ठीक है जी। सो ये 3 घाती बहुपद दे विच भी जे तुसी p1 कढना चाहते हो तैनूं कढिया जा सकदा p1 दी घात 3 जमा 2 गुणा 1, ये आ गया 1 जमा 2 बराबर 3 जिहड़ा हैगा आ वो साडे कोल इहदा मूल जिहड़ा कितना आ साडे कोल ओहदा मूल 3 आ रहा जदों कि x दी कीमत 1 भरी जाती है, ठीक है विद्यार्थियों। मेरे ख्याल दे नाल तुहानूं ये जिहड़ी चीज हैगी आ ये चंगे तरीके नाल समझ आई होवेगी। आपां कोशिश करांगे कि इहदियां जिहड़ियां जनरल टर्म्स आ उन्हां नूं भी आपां चंगी तरह समझ लईए, ओहदे बारे आपां गल करदे हां। देखो 2 घाती रेखी समीकरण भी हो गया, रेखी बहुपद भी हो गया, और तो बाद 2 घाती बहुपद भी हो गया, ते 3 घाती बहुपद भी असीं देख लिया है, ठीक है जी। अच्छा विद्यार्थियों एक ना जनरल टर्म्स दे विच आपां बड़ी कंफ्यूजन करदे हां कई बारी। मान लो साडे कोल रेखी बहुपद, मैं दोबारा तो फिर बेसिक ते आना है। रेखी बहुपद जिहड़ा हैगा वो हुंदा ax जमा b, जिहड़ा 2 घाती आ 2 घाती बहुपद नूं आपां लिखदे हां ax स्क्वायर जमा bx जमा c। 3 घाती बहुपद नूं लिखदे हां 3 घाती बहुपद नूं लिखांगे ax दी घात 3 जमा bx दी घात 2 जमा cx जमा d। अच्छा प्यारे विद्यार्थियों ਇਹਦੇ ਵਿੱਚ एक चीज मिसिंग है, वो की आ a 0 ਦੇ ਬਰਾਬਰ नहीं होना चाहिए, a 0 ਦੇ ਬਰਾਬਰ नहीं होना चाहिए, a 0 ਦੇ ਬਰਾਬਰ नहीं होना चाहिए। क्यों नहीं होना चाहिए जी? क्योंकि जेकर इत्थे a 0 ਦੇ ਬਰਾਬਰ हो गया ਤੇ ਰੇਖੀ बहुपद नहीं रहेगा, ਇਹ ਇਕੱਲਾ ਇੱਕ ਅਚਲ ਜਿਹੜੀ ਸੰਖਿਆ ਹੈ ਉਹ ਰਹਿ ਜਾਏਗੀ। 2 ਘਾਤੀ बहुपद ਦੇ ਵਿੱਚ ਜੇਕਰ a 0 ਦੇ ਬਰਾਬਰ ਹੋ ਜਾਂਦਾ ਤੇ ਇਹ ਜਿਹੜਾ ਹੈਗਾ ਇਹ 2 ਘਾਤੀ ਨਹੀਂ ਰਹੇਗਾ, ਰੇਖੀ ਸਮੀਕਰਨ ਰਹਿ ਜਾਏਗਾ। ਜੇ ਇਹਦੇ ਵਿੱਚ a ਦੀ ਕੀਮਤ 0 ਹੋ ਜਾਂਦੀ ਹੈ ਤੇ 3 ਘਾਤੀ ਨਹੀਂ ਰਹੇਗਾ, 2 ਘਾਤੀ ਬਣ ਜਾਏਗਾ, ਠੀਕ ਹੈ। ਇਸ ਕਰਕੇ ਇਹ ਚੀਜ਼ ਨੂੰ ਨਾਲ ਦੇ ਨਾਲ ਸਮਝਣਾ ਚਾਹੀਦਾ ਹੈ। ਇਹ ਮੈਂ ਤੁਹਾਨੂੰ ਦੇਖੋ ਕਿਸੇ ਵੀ ਚੈਪਟਰ ਦੀ ਜਦੋਂ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਉਸ ਅਧਿਆਇ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਇੰਪੋਰਟੈਂਟ ਟਰਮਸ ਨੂੰ ਅਸੀਂ ਸਟਾਰਟਿੰਗ ਦੇ ਵਿੱਚ ਸਮਝ ਲਈਏ ਤਾਂ ਕਿ ਅੱਗੇ ਵਾਲੇ ਲੈਕਚਰ ਜਿਹੜੇ ਹੈਗੇ ਸਾਡੇ ਵਾਸਤੇ ਸਮੂਥ ਹੋ ਜਾਣ, ਵਧੀਆ ਤਰੀਕੇ ਨਾਲ ਹੋ ਜਾਣ ਤੇ ਆਪਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਮਝ ਵੀ ਸਕੀਏ, ਠੀਕ ਹੈ। ਚਲੋ ਇਹ ਵੀ ਜਿਹੜੀ ਇੰਪੋਰਟੈਂਟ ਚੀਜ਼ ਸੀ ਜਿਹੜੀ ਸਾਡੇ ਵਾਸਤੇ ਸੀ। ਹੁਣ ਪਾਉਂਦੇ ਆ ਨੈਕਸਟ ਇਹਨਾਂ ਦਾ ਜਮਾਇਤੀ ਰੂਪ। ਜਿਹੜੇ ਵੀ ਬਹੁਪਦ ਵਿਦਿਆਰਥੀਓ ਸਾਡੇ ਕੋਲ ਦਿੱਤੇ ਗਏ ਹਨ ਉਹਨਾਂ ਦਾ ਜਮਾਇਤੀ ਰੂਪ ਵੀ ਸਾਨੂੰ ਨਾਲ ਦੇ ਨਾਲ ਸਮਝਣਾ ਚਾਹੀਦਾ ਹੈ। ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਇੱਕ ਰੇਖੀ ਬਹੁਪਦ ਚੂਜ਼ ਕਰਦੇ ਹਾਂ। ਸਾਡੇ ਕੋਲ ਰੇਖੀ ਬਹੁਪਦ ਹੈ px ਬਰਾਬਰ 2x ਜਮਾ 3। ਇਹ ਮੈਨੂੰ ਇੱਕ ਰੇਖੀ ਬਹੁਪਦ ਦਿੱਤਾ ਗਿਆ, ਮੈਂ ਇਹਨੂੰ ਲਿਖ ਲੈਣਾ y ਬਰਾबर 2x जमा 3। y जो है वो px ਨੂੰ ਸਟੈਂਡ ਕਰ ਰਿਹਾ ਇਸ ਟਾਈਮ, ਠੀਕ ਹੈ ਜੀ। y ਬਰਾबर 2x जमा 3 ਹੈ ਆਪਣੇ ਕੋਲ। ਇਹਦੇ ਵਿੱਚ ਕੀ ਕਰਾਂਗਾ, ਇੱਕ ਛੋਟਾ ਜਿਹਾ ਬਾਕਸ ਤਿਆਰ ਕਰਾਂਗਾ। ਇਸ ਬਾਕਸ ਦੇ ਵਿੱਚ ਮੈਂ x ਤੇ y ਦੀਆਂ ਕੀਮਤਾਂ ਨੂੰ ਭਰ ਕੇ ਲਿਖਦਾ ਹੈ। ਜਿਵੇਂ ਅਸੀਂ ਇਹਦੇ ਵਿੱਚ ਕੀ ਕਰਾਂਗੇ, ਆਪਾਂ ਥੋੜੀ ਦੇਰ ਪਹਿਲਾਂ ਦੇਖਿਆ 9th ਕਲਾਸ ਦੇ ਵਿੱਚ ਵੀ ਇਹ ਚੀਜ਼ ਆਪਾਂ ਕੀਤੀ ਆ ਕਿ x ਦੀ ਕੀਮਤ ਭਰੋ ਤੇ y ਦੀ ਕੀਮਤ ਕੱਢੋ, ਯਾਨੀ ਕਿ px ਦੀ ਕੀਮਤ ਕੱਢੋ। ਸਭ ਤੋਂ ਪਹਿਲਾਂ ਕੀ ਕਰਦੇ ਆ, ਅਸੀਂ x ਦੀ ਕੀਮਤ ਨੂੰ -3/2 ਭਰਦੇ ਆ, ठीक है जी। ਤੁਸੀਂ ਕਹੋਗੇ -3/2 ਕਿਉਂ ਭਰੀ ਹੈ, ਇਹ ਮੈਂ ਤੁਹਾਨੂੰ ਦੱਸ ਦਿੰਦਾ ਹੁਣੇ ਕਿਉਂ ਭਰੀ ਹੈ। ਕਿਉਂਕਿ y ਦੀ ਕੀਮਤ ਜਦੋਂ ਤੁਸੀਂ 2 -3/2 ਕੱਢੋਗੇ ਤਾਂ ਤੁਹਾਡੇ ਕੋਲ ਆ ਕਟਿੰਗ -3 ਜਮਾ 3 ਬਰਾਬਰ 0 ਆ ਜਾਏਗਾ। ਇਹਦਾ ਮਤਲਬ x ਦੀ ਕੀਮਤ -3/2 ਹੋਏਗੀ ਤਾਂ y ਦੀ ਕੀਮਤ ਕਿੰਨੀ ਹੋ ਜਾਏਗੀ, 0 ਹੋ ਜਾਏਗੀ। ਇਸੇ ਤਰੀਕੇ ਨਾਲ ਪਿਆਰੇ ਵਿਦਿਆਰਥੀਓ ਜੇਕਰ ਤੁਸੀਂ x ਦੀ ਕੀਮਤ ਨੂੰ 0 ਯਾਨੀ ਕਿ 0 ਭਰ ਦੋਗੇ ਤਾਂ y ਦੀ ਕੀਮਤ ਜਿਹੜੀ ਹੈਗੀ ਤੁਹਾਡੇ ਕੋਲ ਕੱਲੀ 3 ਰਹਿ ਜਾਏਗੀ, ਯਾਨੀ ਕਿ x ਨੂੰ 0 ਭਰਿਆ ਤਾਂ y ਦੀ ਕੀਮਤ ਕਿੰਨੀ ਰਹਿ ਗਈ, 3 ਰਹਿ ਗਈ ਆ, ਠੀਕ ਹੈ। ਅੱਛਾ ਵਿਦਿਆਰਥੀਓ ਇਹ ਚੀਜ਼ ਤੁਸੀਂ ਕਹੋਗੇ ਕਿ ਬਈ ਸਰ ਇਹ ਚੀਜ਼ ਦੱਸੀ ਤਾਂ ਤੁਸੀਂ, ਯਾਨੀ ਕਿ ਇਹ ਕਿਵੇਂ ਆਣੀ, ਕਿੱਦਾਂ ਆਣੀ, ਡਿਟੇਲ ਇਹਦੀ ਕੀ ਹੈਗੀ ਆ। ਇਹਦੀ ਡਿਟੇਲ ਨਹੀਂ, ਇਹ ਚੀਜ਼ ਅਸਲ ਦੇ ਵਿੱਚ ਕੀ ਹੈ, ਇਹ ਤੁਹਾਨੂੰ ਸਮਝਾਉਣ ਵਾਸਤੇ ਹੈ ਕਿ ਤੁਸੀਂ ਜੇਕਰ ਮੈਂ ਤੁਹਾਨੂੰ ਇਹ ਕਹਿ ਦਿੰਦਾ, ਸਿੱਧਾ ਹੀ ਬੋਲ ਦਿੰਦਾ, ਮੈਂ ਤੁਹਾਨੂੰ ਕਹਿੰਦਾ ਕਿ ਹਾਂਜੀ ਵਿਦਿਆਰਥੀਓ ਰੇਖੀ ਬਹੁਪਦ ਦਾ ਜਿਹੜਾ ਆਲੇਖ ਹੈ, ਜਿਹੜਾ ਉਹਦਾ ਗ੍ਰਾਫ ਹੈ ਉਹ ਇੱਕ ਸਿੱਧੀ ਰੇਖਾ ਹੁੰਦਾ ਹੈ, ਗੱਲ ਖਤਮ। ਤੁਸੀਂ ਫਿਰ ਕਹਿਣਾ ਸੀਗਾ ਕਿ ਸਰ ਸਿੱਧੀ ਰੇਖਾ ਤਾਂ ਹੁੰਦਾ ਲੇਕਿਨ ਹੁੰਦਾ ਕਿਵੇਂ ਹੈ, ਉਹਨੂੰ ਕਰਕੇ ਤਾਂ ਦਿਖਾਓ। ਇਸ ਕਰਕੇ ਮੈਂ ਕੀ ਕੀਤਾ, ਉਹਦੀਆਂ ਕੀਮਤਾਂ ਕੱਢ ਲਈਆਂ। ਇਹ ਮੇਰੇ ਕੋਲ ਬਹੁਪਦ ਸੀਗਾ, ਇਸ ਬਹੁਪਦ ਦੇ ਵਿੱਚ x ਦੀ ਕੀਮਤ ਆਪ ਮੰਨੀ ਗਈ ਆਪਣੇ ਵੱਲੋਂ, ਮੈਂ ਇਹ ਦੋ ਮੰਨੀਆਂ ਨੇ, ਤੁਸੀਂ ਜਿਹੜੀ ਮਰਜ਼ੀ ਮੰਨ ਲਓ, ਇਹਦੇ ਵਿੱਚ ਕੋਈ ਡਾਊਟ ਨਹੀਂ, ਤੁਸੀਂ ਜਿਹੜੀ ਮਰਜ਼ੀ ਕੀਮਤ ਮੰਨ ਸਕਦੇ ਹੋ। y ਦੀ ਕੀਮਤ ਜਿਹੜੀ ਹੈਗੀ ਹੈ ਕੱਢ ਲੈਣੀ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਕਰਨਾ, ਇੱਥੇ ਇੱਕ ਛੋਟਾ ਜਿਹਾ ਆਪਾਂ ਆਲੇਖ ਬਣਾਉਂਦੇ ਆ। ਅੱਛਾ ਇਹ ਆਲੇਖ ਬਣਾਉਣ ਦਾ ਵੀ ਸਾਡਾ ਅਰਥ ਤੁਹਾਨੂੰ ਆਲੇਖ ਬਣਾਉਣਾ ਸਿਖਾਣਾ ਨਹੀਂ ਆ, ਠੀਕ ਹੈ ਜੀ। ਦੇਖੋ ਹਰੇਕ ਅਧਿਆਇ ਦੀ ਆਪਣੀਆਂ ਜਿਹੜੀਆਂ ਹੁੰਦੀਆਂ
ਰੁਚੀਆਂ ਹੁੰਦੀਆਂ ਨੇ। ਜਦੋਂ ਆਲੇਖ ਵਾਲਾ ਅਧਿਆਇ ਆਏਗਾ ਤੁਸੀਂ ਉਹਦੇ ਵਿੱਚ ਆਲੇਖ ਨੂੰ ਬੜੇ ਵਧੀਆ ਤਰੀਕੇ ਨਾਲ ਕਰੋਗੇ, ਲੇਕਿਨ ਜਿਹੜਾ ਇਹ ਵਾਲਾ ਅਧਿਆਇ ਹੈ, ਇਸ ਅਧਿਆਇ ਦੇ ਵਿੱਚ ਆਲੇਖ ਅਸੀਂ ਸਿਰਫ ਸਮਝਣ ਵਾਸਤੇ ਕਰ ਰਹੇ ਹਾਂ, ਇਹਦਾ ਐਗਜ਼ਾਮੀਨੇਸ਼ਨ ਪੁਆਇੰਟ ਵੀ ਨਹੀਂ ਹੈ, ਇਹ ਸਿਰਫ ਸਮਝਣ ਵਾਸਤੇ ਆ ਕਿ ਜੇਕਰ ਤੁਸੀਂ ਇਹਦੇ ਉੱਤਰ ਨੂੰ ਸਮਝਣਾ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਉਹਦਾ ਬੇਸ ਸਮਝਣਾ ਪਏਗਾ। ਠੀਕ ਹੈ ਜੀ, ਇਹ ਆਲੇਖ ਦੇ ਵਿੱਚ ਆਪਾਂ ਇੱਥੇ x ਲੈ ਲਿਆ, ਇਹਨੂੰ y ਲੈ ਲਿਆ, ਇੱਧਰ ਘਟਾਓ x ਆ ਗਿਆ, ਇੱਧਰ ਘਟਾਓ y ਆ ਗਿਆ। ਠੀਕ ਹੈ ਪਿਆਰੇ ਵਿਦਿਆਰਥੀਓ, ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਅਸੀਂ ਇਹਦੀ ਸਭ ਤੋਂ ਵੱਡੀ ਟਰਮ ਕੀ ਆ 3 ਹੈ, ਸਭ ਤੋਂ ਛੋਟੀ 0 ਹੈ, ਇਸ ਕਰਕੇ ਆਪਾਂ ਇਹਨੂੰ 3 ਤੱਕ ਤੋੜ ਲੈਂਦੇ ਹਾਂ। 1 2 3 1 2 3 -1 -2 -3 -1 -2 -3। ਖੱਬੇ ਪਾਸੇ ਸਾਈਨ ਕਨਵੈਨਸ਼ਨ ਜਿਹੜੀ ਹੁੰਦੀ ਆ ਉਹ ਨੈਗੇਟਿਵ ਹੁੰਦੀ ਆ ਤੇ ਹੇਠਲੀ ਸਾਈਡ ਦੀ ਸਾਈਨ ਕਨਵੈਨਸ਼ਨ ਜਿਹੜੀ ਹੁੰਦੀ ਆ ਉਹ ਨੈਗੇਟਿਵ ਹੁੰਦੀ ਆ। ਠੀਕ ਹੈ ਜੀ, ਹੁਣ 3/2 ਕੀ ਹੁੰਦਾ ਹੈ? ਆਮ ਭਾਸ਼ਾ ਚ ਕਹੀਏ ਤਾਂ 3/2 1.5 ਯਾਨੀ ਕਿ 1.5, ਕਿਉਂਕਿ ਘਟਾਉਦਾ ਹੈ ਇਸ ਕਰਕੇ ਇਹ ਆ ਚੀਜ਼ ਆ ਗਈ। ਤੇ y ਜਿਹੜਾ y ਕਿੰਨਾ ਹੈ 0 ਹੈ, ਇਹਦਾ ਮਤਲਬ x ਤੋਂ ਦੇ ਵਿੱਚ y ਦੀ ਕੀਮਤ 0 ਹੁੰਦੀ ਹੈ, ਇਹਦਾ ਮਤਲਬ ਬਿੰਦੂ ਕੀ ਹੋ ਗਿਆ ਆ ਵਾਲਾ, ਇਸ ਬਿੰਦੂ ਦਾ ਨਾਮ ਹੈ -3/2, 0 ਆ ਬਿੰਦੂ ਦਾ ਨਾਮ ਹੋ ਗਿਆ। ਠੀਕ ਹੈ ਜੀ, ਦੂਸਰਾ ਬਿੰਦੂ ਕੀ ਹੈ 0, x 0 ਕਿੱਥੇ ਹੈ ਜੀ ਇੱਥੇ ਹੈ। y ਕਿੰਨਾ ਹੈ 3, 1 2 3, y ਕਿੰਨਾ ਹੋ ਗਿਆ ਜੀ ਇੱਥੇ ਹੋ ਗਿਆ, ਇਸ ਬਿੰਦੂ ਦਾ ਨਾਮ ਹੈ 0,3। ਪਹਿਲੋ 0 ਫਿਰ 3, ਕਿਉਂਕਿ ਪਹਿਲੋ x ਫਿਰ y। ਹੁਣ ਇਹਨਾਂ ਨੂੰ ਜੋੜਦੇ ਆ, ਆ ਮੇਰੇ ਕੋਲ ਇੱਕ ਸਿੱਧੀ ਰੇਖਾ ਜਿਹੜੀ ਹੈਗੀ ਆ, ਰੇਖੀ ਸਮੀਕਰਨ ਦੀ ਇੱਕ ਸਿੱਧੀ ਰੇਖਾ ਜਿਹੜੀ ਹੈਗੀ ਤਿਆਰ ਹੋ ਗਈ ਆ। ਤੇ ਇਹ ਸਿੱਧੀ ਰੇਖਾ ਦਾ ਖਾਸ ਗੱਲ ਕੀ ਹੈ ਬਣਾਉਣ ਦਾ, ਇਹ ਬਣਾਉਂਦਾ ਇਹ ਆ ਕਿ ਇੱਕ ਤਾਂ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦਾ ਕਿ ਕੋਈ ਵੀ ਬਹੁਪਦ ਦਾ ਆਲੇਖ x ਧੁਰੇ ਨੂੰ ਜਿੰਨੀ ਵਾਰ ਕੱਟੇਗਾ ਉਹਦੇ ਸਿਫਰਾਂ ਦੀ ਗਿਣਤੀ ਉਨੀ ਹੋਏਗੀ। ਠੀਕ ਹੈ, ਸਿਫਰਾਂ ਦੀ ਗਿਣਤੀ, ਇਹਦਾ ਮਤਲਬ ਇਹ ਰੇਖਾ ਨੇ x ਧੁਰੇ ਨੂੰ ਇੱਕ ਵਾਰ ਕੱਟਿਆ ਹੈ, ਇਹਦਾ ਮਤਲਬ ਇਹਦੇ ਸਿਫਰਾਂ ਦੀ ਗਿਣਤੀ। ਵਿਦਿਆਰਥੀਓ ਯਾਦ ਰੱਖਣਾ ਮੈਂ ਗਿਣਤੀ ਦੀ ਗੱਲ ਕਰ ਰਿਹਾ, ਮੈਂ ਗਿਣਤੀ ਦੀ ਗੱਲ ਕਰ ਰਿਹਾ ਕਿ ਸਿਫਰਾਂ ਦੀ ਗਿਣਤੀ 1 ਹੋਏਗੀ। ਠੀਕ ਹੈ ਜੀ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਉੱਤਰ 1 ਹੋਏਗਾ। ਠੀਕ ਹੈ ਜੀ, ਉਹ 0 1 ਹੋਏਗਾ ਉਹਦੀ ਗੱਲ ਕਰ। ਤੇ ਫਿਰ 0 ਕੀ ਹੋਏਗਾ ਇਹਦਾ? ਠੀਕ ਹੈ ਜੀ, ਇਹਦਾ 0 ਕੀ ਹੋਏਗਾ? 0 ਇਹਦਾ ਹੋਏਗਾ ਕਿੱਥੇ ਆਏਗਾ? x ਧੁਰੇ ਦੇ ਉੱਤੇ ਜਿਸ ਬਿੰਦੂ ਤੇ ਕੱਟਦਾ ਹੈ ਉਹਦੇ ਵਿੱਚ x ਦਾ ਨਿਰਦੇਸ਼ਕ ਕਿੰਨਾ ਆ -3/2, ਯਾਨੀ ਕਿ -3/2 ਜਿਹੜਾ ਹੈਗਾ ਆ ਇਹਦਾ ਉੱਤਰ ਆਏਗਾ। ਅਸੀਂ ਆਪਾਂ ਜਾਣਦੇ ਹਾਂ ਵੈਸੇ ਵੀ -3/2 ਜਦੋਂ ਇਹਦੇ ਵਿੱਚ x ਦੀ ਕੀਮਤ ਭਰੀ ਸੀ ਉਹ ਕੀ ਹੋ ਗਿਆ ਸੀ 0 ਹੋ ਗਿਆ ਸੀਗਾ। ਇਹਦਾ ਮਤਲਬ ਇਸ ਜਿਹੜੇ ਬਹੁਪਦ ਦਾ 0 ਕੀ ਆ -3/2 ਹੈ ਤੇ ਇਹਦੇ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਆ 1 ਹੈ, ਕਿਉਂਕਿ ਇਸ ਰੇਖਾ ਨੇ x ਧੁਰੇ ਨੂੰ 1 ਵਾਰ ਕੱਟਿਆ ਆ। ਠੀਕ ਹੈ, ਚਲੋ ਪਿਆਰੇ ਵਿਦਿਆਰਥੀਓ, ਇਹ ਸੀ ਸਾਡੇ ਕੋਲ ਰੇਖੀ ਬਹੁਪਦ ਦਾ ਆਲੇਖ। ਹੁਣ ਅਸੀਂ ਇੱਕ 2 ਘਾਤੀ ਬਹੁਪਦ ਦਾ ਆਲੇਖ ਜਿਹੜਾ ਹੈਗਾ ਆ ਉਹ ਚੂਜ਼ ਕਰਦੇ ਆ, ਉਹਨੂੰ ਯੂਜ਼ ਕਰਦੇ ਆ ਤੇ ਦੇਖਦੇ ਆ ਉਹਦਾ ਸਾਡੇ ਕੋਲ ਕੀ ਨਤੀਜਾ ਆਉਂਦਾ ਹੈ। ਹਾਂਜੀ, ਅਸੀਂ ਯੂਜ਼ ਕਰਦੇ ਆ ਜੀ ਆਲੇਖ, ਇਧਰਲੇ ਪਾਸੇ ਵੀ ਲਿਖਦਾ ਹੈ px बराबर x की घात 2 -3x -4। ठीक है, अच्छा विद्यार्थियों ये वाला हिस्सा ਅਸੀਂ आलेख ਲਈ ਛੱਡ ਦਿੰਦੇ ਹਾਂ ਕਿਉਂਕਿ ਇਹਦਾ ਆਲੇਖ ਥੋੜਾ ਵੱਡਾ ਬਣੇਗਾ। ਇਹ 2 ਘਾਤੀ ਸਮੀਕਰਨ ਹੈ ਤੇ ਇਧਰਲੇ ਪਾਸੇ ਜੋ ਹੈ ਇਹਨੂੰ ਆਪਾਂ ਹੱਲ ਕਰਦੇ ਹਾਂ। ਠੀਕ ਹੈ ਜੀ, ਹੁਣ ਮੈਂ ਥੋੜਾ ਫਰੇਮ ਤੋਂ ਬਾਹਰ ਆ ਰਿਹਾ, ਤੁਸੀਂ ਇਧਰ ਮੇਰੀ ਆਵਾਜ਼ ਵੱਲ ਧਿਆਨ ਦੇਣਾ ਤੇ ਮੇਰੇ ਹੱਥ ਵੱਲ ਧਿਆਨ ਦੇਣਾ। x ਦੀ ਕੀਮਤ ਨੂੰ ਮੈਂ ਇੱਥੇ ਵਿੱਚ -2 ਭਰਦਾ ਹਾਂ। ਠੀਕ ਹੈ ਜੀ, ਆਪਾਂ ਚੈੱਕ ਕਰਦੇ ਹਾਂ y ਦੀ ਕੀਮਤ ਕੀ ਹੈ। ਹੁਣ y ਕੀ ਹੋਏਗਾ ਮੈਂ ਤੁਹਾਨੂੰ ਪਹਿਲੇ ਦੱਸਿਆ ਹੋਇਆ, ਜਿਹੜਾ px ਹੈ ਇਹ y ਦੇ ਬਰਾਬਰ ਆਪਾਂ ਮੰਨ ਲੈਂਦੇ ਹਾਂ ਕਿ y ਬਰਾਬਰ x ਦੀ ਘਾਤ 2 -3x -4 ਤੇ y ਦੀ ਕੀਮਤ ਕਿੰਨੀ ਆ ਜਾਏਗੀ -2 ਦੀ ਘਾਤ 2 -3 ਗੁਣਾ -2 -4। ਇਹ ਹੈਗਾ ਜੀ 2 ਦੂਣੀ 4 ਮਾਈਨਸ ਪਲੱਸ 3 ਤੇ 2 6, ਇਹ ਹੈਗਾ ਜੀ ਘਟਾਓ 4, ਇਹ ਆ ਗਿਆ ਤੁਹਾਡੇ ਕੋਲ 6 ਕਿਉਂਕਿ ਇਹ 4 ਘਟਾਓ ਦੇ ਜਮਾ ਦਾ ਘਟਿਆ ਗਿਆ y ਬਰਾਬਰ 6 ਆ ਗਿਆ। ਇੱਥੇ ਮੈਂ ਕੀ ਕਰਦਾ ਪਿਆਰੇ ਵਿਦਿਆਰਥੀਓ, ਇੱਥੇ ਮੈਂ ਇੱਕ ਬਾਕਸ ਤਿਆਰ ਕਰ ਲੈਣਾ। ਠੀਕ ਹੈ ਜੀ, ਇਸ ਬਾਕਸ ਦੇ ਵਿੱਚ ਅਸੀਂ ਕੀ ਕਰਦੇ ਆ x ਤੇ y ਦੀਆਂ ਜਿਹੜੀਆਂ ਕੀਮਤਾਂ ਨਿਕਲਦੀਆਂ ਜਾਂਦੀਆਂ ਆ ਅਸੀਂ ਉਹਨਾਂ ਕੀਮਤਾਂ ਨੂੰ ਇਸ ਬਾਕਸ ਦੇ ਵਿੱਚ ਫਿਲ ਕਰਦੇ ਰਵਾਂਗੇ। ਦੇਖੋ x ਦੀ ਕੀਮਤ ਕਿੰਨੀ ਬਣੀ ਸੀ -2, y ਦੀ ਕੀਮਤ ਕਿੰਨੀ ਆ ਗਈ ਆ 6। ਠੀਕ ਹੈ ਜੀ, ਇਸੇ ਤਰੀਕੇ ਦੇ ਨਾਲ ਹੁਣ ਮੈਨੂੰ ਇਰੇਜ਼ ਕਰਨਾ ਪਏਗਾ ਇਹਨੂੰ ਬਾਰ-ਬਾਰ, ਜਗ੍ਹਾ ਥੋੜੀ ਘੱਟ ਹੈ। ਹੁਣ ਮੈਂ ਕੀ ਕਰਦਾ x ਦੀ ਕੀਮਤ ਨੂੰ -1 ਭਰਦਾ। ਚਲੋ y ਦੀ ਕੀਮਤ ਕਿੰਨੀ ਆ ਜਾਏਗੀ -1 ਦੀ ਘਾਤ 2 -3 ਗੁਣਾ -1 -4, ਇਹ ਆ ਗਿਆ ਵਿਦਿਆਰਥੀਓ 1 ਪਲੱਸ 4 -4। ਠੀਕ ਹੈ ਜੀ, ਇਹਦੇ ਵਿੱਚ ਦੇਖਿਓ ਸੌਰੀ ਇੱਥੇ ਮੇਰੇ ਕੋਲ ਗਲਤੀ ਹੋ ਗਈ 3 × 3
ये आ गया 3 ਤੇ 4 ਘਟਾਓ 4 y बराबर 0। ਇਹਦਾ ਮਤਲਬ ਜਦੋਂ ਮੈਂ x ਦੀ ਕੀਮਤ -1 ਭਰਦਾ ਹਾਂ ਵਿਦਿਆਰਥੀਓ, ਧਿਆਨ ਦੇਣਾ, -1 ਭਰਦਾ ਹਾਂ ਤਾਂ y ਦੀ ਕੀਮਤ ਕਿੰਨੀ ਆਂਦੀ ਹੈ? 0 ਆਂਦੀ ਹੈ। ਠੀਕ ਹੈ ਜੀ। ਅੱਛਾ ਵਿਦਿਆਰਥੀਓ, ਇਹਦੇ ਵਿੱਚ ਹੁਣ ਜੇ ਮੈਂ ਸਾਰੇ ਡੀ करता रहांगा ਤੇ ਇਹ ਕਾਫੀ ਲੰਬਾ ਚਲੇ ਜਾਏਗਾ। ਹੁਣ ਇਹਦੇ ਵਿੱਚ ਕੀ ਕਰਦਾ ਹਾਂ, ਮੈਂ ਇਹਦੀਆਂ ਪ੍ਰੀ ਅਸਿਊਮਡ ਵੈਲਿਊਜ਼ ਜੋ ਮੈਨੂੰ ਪਤਾ ਹਨ ਮੈਂ ਇਹਦੇ ਵਿੱਚ ਫਿਲ ਕਰਦਾ। ਤੁਸੀਂ ਆਪਣੇ ਲੈਵਲ ਦੇ ਵਿੱਚ ਘਰ ਇਹਨਾਂ ਨੂੰ ਕੈਲਕੂਲੇਸ਼ਨ ਕਰੋ ਤੇ ਦੇਖੋ ਕਿ ਕੀ ਇਹ ਮੈਂ ਠੀਕ ਲਿਖੀਆਂ ਹਨ ਕਿ ਗਲਤ ਲਿਖ ਰਿਹਾ ਹਾਂ। ਠੀਕ ਹੈ ਜੀ। x ਦੀ ਕੀਮਤ -2 6, x ਦੀ ਕੀਮਤ -1 0, x ਦੀ ਕੀਮਤ ਉਸ ਤੋਂ ਬਾਅਦ ਮੈਂ 0 ਭਰਦਾ ਹਾਂ ਤੇ ਮੇਰੇ ਕੋਲ y ਦੀ ਕੀਮਤ ਘਟਾਓ 4 ਆਏਗੀ। ਫਿਰ ਮੈਂ x ਦੀ ਕੀਮਤ ਨੂੰ 2 ਭਰਦਾ ਹਾਂ, ਇੱਥੇ ਮੇਰੇ ਕੋਲ -6 ਆਏਗਾ। ਫਿਰ ਮੈਂ x ਦੀ ਕੀਮਤ ਨੂੰ 3 ਭਰਦਾ ਹਾਂ, ਮੇਰੇ ਕੋਲ ਇੱਥੇ -4 ਆਏਗਾ। x ਦੀ ਕੀਮਤ ਨੂੰ 4 ਭਰਦਾ ਹਾਂ, ਇੱਥੇ ਮੇਰੇ ਕੋਲ 0 ਆਏਗਾ। x ਦੀ ਕੀਮਤ ਨੂੰ 5 ਭਰਦਾ ਹਾਂ, ਇੱਥੇ ਮੇਰੇ ਕੋਲ 6 ਆਏਗਾ। ਠੀਕ ਹੈ ਪਿਆਰੇ ਵਿਦਿਆਰਥੀਓ, ਇਹ ਮੇਰੇ ਕੋਲ ਇੱਕ ਪੂਰਾ ਜਿਹੜਾ ਇੱਕ ਬਾਕਸ ਇਹਦਾ ਤਿਆਰ ਹੋ ਗਿਆ ਇਸ ਆਲੇਖ ਬਣਾਉਣ ਵਾਸਤੇ। ਠੀਕ ਹੈ। ਹੁਣ ਆਲੇਖ ਦੇ ਲਈ ਆਪਾਂ ਇਧਰਲੇ ਪਾਸੇ ਦੁਬਾਰਾ ਫਿਰ ਤਿਆਰੀ ਕਰਦੇ ਹਾਂ ਆਪਣੇ ਆਲੇਖ ਦੀ। ਇੱਧਰ x, ਇੱਧਰ y, -x -y। ਠੀਕ ਹੈ ਜੀ। ਅੱਛਾ ਮੈਂ ਫਿਰ ਇੱਕ ਗੱਲ ਕਰ ਰਿਹਾ, ਮੇਰੇ ਲਈ ਇਹ ਆਲੇਖ ਸਹੀ ਢੰਗ ਦਾ ਬਣਿਆ ਹੈ ਕਿ ਨਹੀਂ ਬਣਿਆ ਇਹ ਮੈਟਰ ਕਰਦਾ ਹੈ, ਲੇਕਿਨ ਮੈਂ ਜ਼ਿਆਦਾ ਇਹਦੀ ਗਿਣਤੀ ਵੱਲ ਨਹੀਂ ਜਾਵਾਂਗਾ। ਮੇਰੇ ਲਈ ਮੇਨ ਚੀਜ਼ ਹੈ ਜਿਹੜੀ ਰਚਨਾ ਤਿਆਰ ਹੋਏਗੀ ਮੇਰੇ ਕੋਲ। ਠੀਕ ਹੈ ਜੀ। ਉਹਦੇ ਵਾਸਤੇ ਪਹਿਲਾਂ ਇਹਨੂੰ ਤਿਆਰ ਕਰ ਲਈਏ। ਇਹ 'ਚ ਸਭ ਤੋਂ ਵੱਡੀ ਰਕਮ ਕਿਹੜੀ ਹੈ ਜੀ? 6 ਤੇ ਸਭ ਤੋਂ ਛੋਟੀ ਰਕਮ ਕਿਹੜੀ ਹੈ ਜੀ? 0। ਇਸ ਕਰਕੇ ਮੈਂ 6 ਦਾ ਸਕੇਲ ਸਾਰੇ ਪਾਸੇ ਲਵਾਂਗਾ। 1 2 3 4 5 6 1 2 3 4 5 6 -1 -2 -3 -4 -5 -6 -7 -8 -9 -10 -11 -12 -13 -14 -15 -16 -17 -18 -19 -20 -21 -22 -23 -24 -25 -26 -27 -28 -29 -30 -31 -32 -33 -34 -35 -36 -37 -38 -39 -40 -41 -42 -43 -44 -45 -46 -47 -48 -49 -50 -51 -52 -53 -54 -55 -56 -57 -58 -59 -60 -61 -62 -63 -64 -65 -66 -67 -68 -69 -70 -71 -72 -73 -74 -75 -76 -77 -78 -79 -80 -81 -82 -83 -84 -85 -86 -87 -88 -89 -90 -91 -92 -93 -94 -95 -96 -97 -98 -99 -100 -101 -102 -103 -104 -105 -106 -107 -108 -109 -110 -111 -112 -113 -114 -115 -116 -117 -118 -119 -120 -121 -1
-1 -2 -3 -4 -5 -6। पहली संख्या है -2 जमा 6। देखो विद्यार्थियों, -2 जमा 6 घटाओ दा 2 जमा दा 6, लगभग मेरे को ये रकम इत्थे बनती है -2 जमा 6। दूसरा है मेरे को -1 0 -1 0, वो आही संख्या बन गई, ਇਹਦਾ पॉइंट है -1 0। तीसरा है 0 -4, 0 मेरे को इत्थे है विद्यार्थियों ते -4 इत्थे है, ਇਹਦਾ बन गया 0 -4। चौथा पॉइंट है जी 2 -6, 2 इधर रहा जी, -6 नीचे, लगभग इत्थे बनेगा 2 घटाओ -6। ठीक है विद्यार्थियों। उस तो बाद है जी 3 -4, 3 इत्थे आया जी, -4 इत्थे आएगा जी, ये आ गया जी 3 -4 आ बिंदु। और तो बाद 4 0, 4 0 आ रहा है जी, ये आ गया 4 0। उस तो बाद आया जी 5 6, 5 इत्थे है जी, 6 लगभग इत्थे होएगा, ये आ गया जी 5 6। इन्हां सारे बिंदुआं नूं फ्री हैंड दे नाल जोड़ना जी। फ्री हैंड दे नाल जोड़न दा मतलब है आ जाए। ठीक है जी। ये जिहड़ी आकृति साडे कोल बनी आ, इस आकृति नूं असीं नाम दिंदे आ पैराबोला। ठीक है जी। ये पैराबोला दे विच इहदे विच दो चीजां मेन ने, जिहड़ी मैं तुहानूं रेखी समीकरण दे विच कराईआं सी, रेखी बहुपद दे विच। ਉਹਦੇ ਵਿੱਚ ਮੈਂ ਕਿਹਾ ਸੀਗਾ ਕਿ ਜਿਹੜਾ ਰੇਖਾ ਆ ਉਹ x ਐਕਸਿਸ ਨੂੰ, ਯਾਨੀ ਕਿ x ਧੁਰਾ ਨੂੰ ਜਿੰਨੀ ਵਾਰੀ ਕੱਟਦੀ ਹੈ ਉਹਦੇ ਸਿਫਰਾਂ ਦੀ ਗਿਣਤੀ ਉਨੀ ਹੁੰਦੀ ਹੈ। ਇੱਥੇ x ਐਕਸਿਸ ਨੂੰ ਕਿੰਨੇ ਧੁਰਿਆਂ ਤੇ ਕੱਟ ਰਹੀ ਹੈ? 2 ਧੁਰਿਆਂ ਤੇ ਕੱਟ ਰਹੀ ਹੈ। ਇਹਦਾ ਮਤਲਬ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ? 2 ਹੋਏਗੀ। ਤੇ ਇਹਨਾਂ ਦੇ ਸਿਫਰ ਕੀ ਹੋਣਗੇ? ਉਹ x ਧੁਰੇ ਦੇ ਨਿਰਦੇਸ਼ਕ ਹੋਣਗੇ, ਯਾਨੀ ਕਿ ਸਿਫਰ। ਇਸ ਕੇਸ ਦੇ ਵਿੱਚ, ਇਸ ਬਹੁਪਦ ਦੇ ਵਿੱਚ ਇਹਦੇ ਸਿਫਰ ਹੋਣਗੇ ਘਟਾਓ 1 ਅਤੇ 4। एक घटाओ 1 ਅਤੇ 4 ਜਿਹੜੇ ਹੈਗੇ ਇਹਦੇ ਦੋ ਸਿਫਰ ਹਨ। ਠੀਕ ਹੈ। ਚਲੋ ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਨੈਕਸਟ, ਇਹਦੇ ਹੋਰ ਕੀ ਕੀ ਸਥਿਤੀਆਂ ਹੋ ਸਕਦੀਆਂ ਹਨ। ਠੀਕ ਹੈ ਜੀ। ਉਹਨਾਂ ਵਾਸਤੇ ਅਸੀਂ ਇੱਕ ਵਾਰੀ ਇਹਨੂੰ ਇਰੇਜ਼ ਕਰਦੇ ਸਾਰੇ ਨੂੰ, ਤੇ ਇੱਥੇ ਜਿੰਨੀਆਂ ਵੀ ਪੋਸੀਬਲ ਸਥਿਤੀਆਂ ਜਿਹੜੀਆਂ ਹੈਗੀਆਂ ਬਣਦੀਆਂ ਨੇ, ਇਹਦੀ ਸਥਿਤੀਆਂ ਬਣਦੀਆਂ ਨੇ, ਉਹਨਾਂ ਨੂੰ ਡਿਸਕਸ ਕਰਦੇ ਹਾਂ। ਠੀਕ ਹੈ ਜੀ। ਦੇਖੋ ਵਿਦਿਆਰਥੀਓ, ਇਹਦੀ ਪਹਿਲੀ ਸਥਿਤੀ ਜਿਹੜੀ ਬਣਦੀ ਹੈ, मैं इस बहुपद वाले अध्याय दे विच मैं दो घाती बहुपद दे उत्ते जोड़ दे रहा हां, ते दो घाती बहुपद दीयां जिन्नियां भी स्थितियां ग्राफ दे विच बन सकदियां ने, वो मैं तुहाडे सामने इत्थे ड्रॉ कर रहा। छोटियां ड्रॉ करांगा थोड़ियां जिहियां, ताकि समझनी आसान हो। ये अंडरस्टूड है जी, x है y है। पहली स्थिति विद्यार्थियों आ बनी, जो कि साडे कोल हुणी जो थोड़ी देर पहले असीं ग्राफ बनाया सी, ओदी स्थिति बनी सी। दूजी स्थिति प्यारे विद्यार्थियों साडे कोल बनदी है यही ग्राफ हेठां, ये x है, ये y है।
ठीक है जी, एक घटाओ x घटाओ y ते इधर घटाओ दा x। तीसरी स्थिति प्यारे विद्यार्थियों साडे कोल बनदी है जेकर एक केवल एक संपाती बिंदुओं ते कटे, एक ही बिंदु ते कट रही है, ते चौथी स्थिति दे विच मेरे कोल जिहड़ा एक पैराबोला आया x इत्थे x है जी इत्थे y है, मैं बार बार नहीं लिख रहा, ए हेठा कटेगा इस ढंग नाल, ठीक है जी। पंजवीं स्थिति मेरे को बनेगी विद्यार्थियों जो ये किते भी नहीं कटता, कहने का मतलब हवा च रह जाता। ते छेवीं स्थिति मेरे को विद्यार्थियों बनेगी जो ये x है ये y है ये हेठा वाले पासे किते नहीं कटता। हुण असीं जल्दी जल्दी नूं डिस्कस कर लैंदे आ। पहले केस दे विच इहदे विच सिफरां दी गिनती कितनी होएगी, 2 होएगी, ध्यान देना 1 2 सिफरां दी गिनती कितनी होगी 2। दूसरे केस दे विच भी सिफरां दी गिनती कितनी होगी 2, क्योंकि ये 2 जगह। तीसरे केस दे विच सिफरां दी गिनती 1 है, क्यों है 1, क्योंकि ये सिर्फ x तो रेणु एक बार कटता है। इत्थे भी सिफरां दी गिनती कितनी है 1 है, क्यों, क्योंकि ये कितनी बार कटता है एक बार। इत्थे कोई भी नहीं है, कोई नहीं, इत्थे भी कोई नहीं, क्यों कोई नहीं, क्योंकि ये x तो रेणु कट ही नहीं रहा, ते जे कटता ही नहीं पिया तो इसदा मतलब इहदे विच सिफरां दी गिनती कोई भी नहीं होएगी, ठीक है। सो प्यारे विद्यार्थियों मैनूं लगदा है कि तुसीं इस सारियां चीज़ां नूं बड़ी चंगी तरह समझ गए होंगे। ते एक लास्ट दे विच जेकर तुसीं समझ गए हो तां एक मैं तुहानूं होर चीज़ इत्थे दसना चाहना, ਉਹ ਇਹ ਆ कि ਅਸੀਂ ਆਪਣੇ दिमाग ਦੇ ਵਿੱਚ ਇਹ ਨਾ ਲਗਾ ਕੇ ਚੱਲੀਏ कि 2 ਘਾਤੀ ਸਮੀਕਰਨ ਦਿੱਤਾ ਤੇ ਇੱਕ ਪੈਰਾਬੋਲਾ ਬਣ ਗਿਆ ਤੇ ਮੇਰਾ ਕੰਮ ਖਤਮ। नहीं, ਇਦਾਂ नहीं है। ਜਿਹੜਾ ਇਹ ਬਹੁਪਦ ਹੈ ਇਹ 2 ਘਾਤੀ ਵੀ ਹੋ ਸਕਦਾ ਹੈ, 4 ਘਾਤੀ ਵੀ ਹੋ ਸਕਦਾ ਹੈ, 20 ਘਾਤੀ ਵੀ ਹੋ ਸਕਦਾ, 100 ਘਾਤੀ ਵੀ ਹੋ ਸਕਦਾ, ਠੀਕ ਹੈ ਜੀ। ਇਹਦੇ ਵਿੱਚ ਕੀ ਕਰਦਾ ਮੈਂ ਇੱਕ ਤੁਹਾਨੂੰ ਇੱਕ ਆਲੇਖ ਦਿੰਦਾ ਉਦਾਹਰਨ ਵਜੋਂ। ਆ ਇੱਕ ਗ੍ਰਾਫ ਹੈ, ਇਹਦੇ ਵਿੱਚ ਇੱਕ ਬਹੁਪਦ ਹੈ ਉਹ ਇਦਾਂ ਆ ਗਿਆ, ਆ ਗਿਆ, ਆ x ਹੈ ਆ y ਹੈ। ਇਹਦੇ ਵਿੱਚ ਸਿਫਰਾਂ ਦੀ ਗਿਣਤੀ ਮੈਂ ਦੱਸਣੀ ਹੈ ਜੀ ਉਹਨੂੰ, ਸਿਫਰਾਂ ਦੀ ਗਿਣਤੀ। ਇਹਦੇ ਵਿੱਚ ਜੇਕਰ ਮੈਂ ਉਹਨੂੰ ਸਿਫਰਾਂ ਦੀ ਗਿਣਤੀ ਦੱਸਣੀ ਹੈ ਤਾਂ ਕਿਵੇਂ ਦੱਸ ਸਕਦਾ, x ਤੋਂ ਇਹਨੂੰ ਕਿੰਨੀ ਵਾਰੀ ਕੱਟਦਾ ਹੈ, 1 ਵਾਰ 2 ਵਾਰ 3 ਵਾਰ 4 ਵਾਰ 5 ਵਾਰ। ਇਹਦਾ ਮਤਲਬ ਸਿਫਰਾਂ ਦੀ ਗਿਣਤੀ ਕਿੰਨੀ ਹੋ ਗਈ 5 ਹੋ ਗਈ। ਸੋ ਪਿਆਰੇ ਵਿਦਿਆਰਥੀਓ ਇਹ ਮੇਰੇ ਅੱਜ ਦੇ ਲੈਕਚਰ ਦਾ ਸਮ ਅਪ ਜੋ ਮੈਂ ਤੁਹਾਨੂੰ ਹਜੇ ਤੱਕ ਦੱਸਿਆ ਉਹਦੇ ਬਾਰੇ ਦੱਸ ਰਿਹਾ। ਸਭ ਤੋਂ ਪਹਿਲਾਂ ਅਸੀਂ ਬਹੁਪਦ ਦੇ ਬਾਰੇ ਜਾਣਕਾਰੀ ਲਈ ਕਿ ਬਹੁਪਦ ਕੀ ਹੁੰਦਾ ਹੈ, ਬਹੁਪਦ ਦੇ ਵਿੱਚ ਮੂਲ ਕੀ ਹੁੰਦੇ ਹਨ, ਉਹਦੇ ਸਿਫਰ ਕੀ ਹੁੰਦੇ ਹਨ, ਇੱਕ ਪਦੀ ਬਹੁਪਦ, 2 ਪਦੀ ਬਹੁਪਦ, 3 ਪਦੀ ਬਹੁਪਦ, ਫਿਰ ਘਾਤਾਂ ਦੇ ਵਿੱਚ ਗਏ ਅਸੀਂ, ਠੀਕ ਹੈ, ਰੇਖੀ ਬਹੁਪਦ, 2 ਘਾਤੀ ਬਹੁਪਦ, 3 ਘਾਤੀ ਬਹੁਪਦ, ਠੀਕ ਹੈ ਜੀ। ਉਸ ਤੋਂ ਬਾਅਦ ਆ ਕੇ ਅਸੀਂ ਉਹਨਾਂ ਦਾ ਜਮਾਇਤੀ ਸਟਰਕਚਰ ਜਿਹੜਾ ਹੈਗਾ ਆ ਗ੍ਰਾਫ ਦੇ ਵਿੱਚ ਆਲੇਖ ਦੇ ਵਿੱਚ ਉਹਨਾਂ ਦੇ ਸਿਫਰਾਂ ਦੀ ਗਿਣਤੀ ਆਲੇਖ ਤੋਂ ਅਸੀਂ ਕਿਸ ਢੰਗ ਨਾਲ ਜਾਣ ਸਕਦੇ ਹਾਂ ਉਹ ਵੀ ਅਸੀਂ ਦੱਸਿਆ। ਉਮੀਦ ਹੈ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚ ਵੀ ਦੁਹਰਾਈ ਕਰੋਗੇ। ਇਸ ਤੋਂ ਅਗਲਾ ਭਾਗ ਜਿਹੜਾ ਹੈਗਾ ਮੈਂ ਅਗਲੇ ਲੈਕਚਰ ਵਿੱਚ ਤੁਹਾਨੂੰ ਦੱਸਾਂਗਾ। ਧੰਨਵਾਦ ਦੋਸਤੋ।